हिंदुस्तान विच पठान मुसलमानां ने अपना राज कायम कर लिया सी अते अरब ईरान वाल दे कई मुसलमान पीर फकीर इस्लाम दा प्रचार करन वास्ते हिंदुस्तान विच आ गए सन। हिंदुस्तान दे वख-वख शहरां विच इन्हां फकीरां ने अपने ठिकाने बना लए सन। ਇਹ पीर हमजा गौस है, बहुत ही पहुंचा होया अते रिद्धियां सिद्धियां दा मालक। खैरात मंगण लई पहली बार उसने सियालकोट मंडी वाल पैर कीते, पर कोई कोई दिन फकीरां लई भी बड़ा भारी हुंदा है। की चाहिए? ले भाई ए वाला ले ले। अच्छा दूजा ले ले भाई, ये दूजा ले ए। की चाहिए? ले भाई मर्च फड़। नादान शहर वासियां ने उसनू मामूली फकीर समझ लिया अते उसका मजाक बनाया। ओए क्यों डिगदा फिरदा है? ओए इधर वेख। ओए तेरे कोल कोई ढंग दे कपड़े नहीं हैगे मेरे वांग? बचाओ, गलती हो गई मेरे तो। मर गया, बचाओ। गलती हो गई मैं तो। मर गया, बचाओ। फकीर हमजा गौस ये मजाक सह नहीं सकिया अते उसने अपनी करामात दिखा ही दी। अमली नू सबक सिखा के हमजा गौस अपने डेरे वाल चल पिया। ओए ओए की होया? ओए अमली नू ऊपर थल्ले करके और फकीर ने तेरा जहाज ही बना छड़िया।
ਲਾਲਾ ਜੀ ਤੁਸੀਂ ਨਹੀਂ ਜਾਣਦੇ, ਇਹ ਪੀਰ ਹਮਜ਼ਾ ਗੋਸ਼ ਹੈ। ਉਹ ਮੈਂ ਜਾਣਨਾ ਇਹਨੂੰ, ਇਹ ਜੋ ਚਾਹੇ ਕਰ ਸਕਦਾ ਹੈ। ਓਏ ਇਹ ਤਾਂ ਅਸੀਂ ਹੁਣੇ ਵੇਖ ਲਿਆ ਹੈ। ਓਏ ਹੋ ਸਕਦਾ ਹੈ ਮੇਰੇ ਮਨ ਦੀ ਮੁਰਾਦ ਵੀ ਪੂਰੀ ਕਰ ਦੇ। ਇਹ ਪੀਰ ਹਮਜ਼ਾ ਗੋਸ਼ ਹੈ। ਉਹ ਮੈਂ ਜਾਣਨਾ ਇਹਨੂੰ, ਇਹ ਜੋ ਚਾਹੇ ਕਰ ਸਕਦਾ ਹੈ। ਮੈਂ ਕੱਲ ਸਵੇਰੇ ਹੀ ਇਸ ਦੇ ਕੋਲ ਜਾਵਾਂਗਾ। ਇਹ ਫਲ ਮੈਂ ਤੁਹਾਡੇ ਲਈ ਲਿਆਇਆ ਹਾਂ। ਮੇਰੇ ਕੋਲ ਕੱਲ ਬੜੀ ਭਾਰੀ ਗਲਤੀ ਹੋ ਗਈ। ਦੁਬਾਰਾ ਐਸੀ ਗਲਤੀ ਕਦੀ ਨਹੀਂ ਕਰਾਂਗੇ। ਅਸੀਂ ਨਦਾਨ ਸੀ ਜੋ ਤੁਹਾਡੇ ਨਾਲ ਮਜ਼ਾਕ ਕੀਤਾ। ਅੱਲਾ ਮਿਹਰ ਕਰੇ। ਮਹਾਰਾਜ, ਮੇਰੇ ਵਿਆਹ ਨੂੰ 8 ਵਰੇ ਹੋ ਗਏ ਹਨ ਅਤੇ ਮੇਰੇ ਘਰ ਕੋਈ ਬੱਚਾ ਵੀ ਨਹੀਂ। ਮਹਾਰਾਜ, ਜੇਕਰ ਤੁਹਾਡੀ ਕਿਰਪਾ ਹੋ ਜਾਏ ਨਾ ਤਾਂ ਮੇਰੀ ਵੀ ਕੁੱਲ ਚੱਲ ਪਏ। ਆਪ ਹੀ ਹੋ ਮਹਾਰਾਜ ਜੋ ਸਾਡੀ ਝੋਲੀ ਭਰ ਸਕਦੇ ਹੋ। ਪਰ ਤੈਨੂੰ ਉਸ ਦੀ ਕੀਮਤ ਦੇਣੀ ਪਏਗੀ। ਹਾਂ ਮਹਾਰਾਜ, ਮੈਂ ਤਿਆਰ ਹਾਂ ਮਹਾਰਾਜ। ਜਾ ਫਿਰ, ਤੇਰੇ ਘਰ 2 ਪੁੱਤਰ ਜਨਮ ਲੈਣਗੇ, ਪਰ ਪਹਿਲਾ ਪੁੱਤਰ ਤੂੰ ਸਾਨੂੰ ਦਵੇਂਗਾ। ठीक है महाराज, ठीक है जी, ठीक है। ਕੁਦਰਤ ਪਰਮਾਤਮਾ ਦੀ ਲਾਲਾ ਦੇ ਘਰ 2 ਪੁੱਤਰ ਹੋਏ, ਪਰ ਪੁੱਤਰ ਦਾ ਮੋਹ ਬਹੁਤ ਜ਼ਿਆਦਾ ਹੁੰਦਾ ਹੈ। ਲਾਲਾ ਆਪਣਾ ਇਕਰਾਰ ਪੂਰਾ ਕਰਨ ਤੋਂ ਖਿਸਕਣ ਲੱਗਾ। ਫਕੀਰ ਦਾ ਸੁਨੇਹਾ ਮਿਲਣ ਤੇ ਉਹ ਫਕੀਰ ਨੂੰ ਹੀਰੇ ਜਵਾਹਰਾਤ ਲੈ ਕੇ ਮਿਲਣ ਗਿਆ। महाराज, ਆਪ ਜੀ ਦੀ ਕਿਰਪਾ ਨਾਲ ਮੇਰੇ 2 ਪੁੱਤ ਪੈਦਾ ਹੋਏ ਨੇ। ਮਹਾਰਾਜ, ਤੁਸੀਂ ਜੋ ਵੀ ਮੁੱਲ ਪਾਓ ਮੈਂ ਸਭ ਦੇਣ ਨੂੰ ਤਿਆਰ ਹਾਂ। ਪਰ ਮਹਾਰਾਜ, ਮੈਥੋਂ ਮੇਰਾ ਪੁੱਤ ਨਾ ਮੰਗੋ। ਅੱਲਾ ਤੋਂ ਡਰ। ਮੈਨੂੰ ਇਹਨਾਂ ਹੀਰੇ ਜਵਾਹਰਾਤ ਦੀ ਲੋੜ ਨਹੀਂ। ਜਾ, ਚਲਾ ਜਾ। ਮੈਂ ਆਪਣੀ ਅਮਾਨਤ ਲੈਣ ਲਈ ਕੱਲ ਤੇਰੇ ਘਰ ਆਵਾਂਗਾ ਅਤੇ ਬੱਚੇ ਨੂੰ ਲੈ ਜਾਵਾਂਗਾ। ਲਾਲਾ ਨਿਰਾਸ਼ ਹੋ ਕੇ ਆਪਣੇ ਘਰ ਵਾਪਸ ਚੱਲ ਪਿਆ। ਧਨ ਦੌਲਤ, ਜ਼ਮੀਨ ਜਾਇਦਾਦ ਸਭ ਫਿੱਕੀ ਹੋ ਗਈ। ਬੱਚਾ ਦਿਆਂ ਜਾਂ ਨਾ ਦਿਆਂ, ਆਪਣੀ ਪਤਨੀ ਨੂੰ ਬੱਚਾ ਦੇਣ ਲਈ ਕਿਵੇਂ ਮਨਾਵਾਂ? ਆਪਣੇ ਵਚਨ ਤੇ ਪੂਰਾ ਰਹਿਣ ਲਈ ਉਸ ਦਾ ਜ਼ਮੀਰ ਬਦਲਣ ਲੱਗਾ। कुछ बोलो भी, मेरा जी घबराई जा रहा है। ओ मुसलमान फकीर, बच्चा छड्डन नूं मन गया या नहीं? नहीं, ओए वो नहीं मान रहा। धन दौलत जमीन जायदाद कुछ नहीं मांगता। बस उस फकीर नूं ते सिर्फ बच्चा ही चाहिए। मैं अपना बच्चा नहीं दियांगी। तुसी सुन लो, मैं अपना बच्चा नहीं दियांगी। तू घर भी आ गया? शर्म नहीं आती? एक बच्चे नू मां तो अलग कर दिया। जा, मैं नहीं देंदी अपना बच्चा। केड़ी मां अपना बच्चा फकीर नू दे सकती है? नहीं दियांगी। जा, चला जा, जा, चला जा। ਇਹ ਝੂਠਿਆਂ ਦਾ ਪਿੰਡ ਹੈ।
देखता हां इस पिंड ਨੂੰ ਕੌਣ ਬਚਾਉਂਦਾ ਮੈਂ ਚਿਲਿਆ ਕਰਕੇ ਇਸ ਪਿੰਡ ਨੂੰ ਬਰਬਾਦ ਕਰ ਦਿਆਂਗਾ। ਫਕੀਰ ਨੇ ਪਿੰਡ ਨੂੰ ਨਾਸ਼ ਕਰਨ ਦੀ ਕਾਮਨਾ ਦੇ ਨਾਲ ਚਿਲਿਆ ਸ਼ੁਰੂ ਕਰ ਦਿੱਤਾ। ਪੂਰਾ ਪਿੰਡ ਦਹਿਸ਼ਤ ਵਿੱਚ ਆ ਗਿਆ। ਕਿਸੇ ਦੀ ਵੀ ਉਸ ਦੇ ਗੁੰਬਦ ਦੇ ਕੋਲ ਜਾਣ ਦੀ ਹਿੰਮਤ ਨਹੀਂ ਹੋਈ ਅਤੇ ਇੱਕ ਦਿਨ ਪਿੰਡ ਵਾਲਿਆਂ ਲਈ ਭਾਰੀ ਪੈਣ ਲੱਗਾ। ਰੋਸ਼ਨੀ ਦੀ ਕੋਈ ਕਿਰਨ ਨਜ਼ਰ ਨਹੀਂ ਆ ਰਹੀ ਸੀ। पहले बादशाह गुरु नानक देव जी ਨੂੰ ਜਦ ਪਤਾ ਚੱਲਿਆ ਕਿ ਫਕੀਰ ਹਮਜ਼ਾ ਗੌਸ ਸਿਆਲਕੋਟ ਪਿੰਡ ਵਾਲਿਆਂ ਨੂੰ ਤਬਾਹ ਕਰਨ ਤੇ ਤੁਰਿਆ ਹੈ ਤਾਂ ਉਹਨਾਂ ਨੇ ਪਿੰਡ ਦੇ ਬਾਹਰ ਇੱਕ ਦਰਖਤ ਦੇ ਥੱਲੇ ਆਪਣਾ ਆਸਣ ਲਗਾ ਲਿਆ ਅਤੇ ਸਾਥੀ ਮਰਦਾਨਾ ਨੂੰ ਰਬਾਬ ਵਜਾਉਣ ਲਈ ਕਿਹਾ ਅਤੇ ਇਲਾਹੀ ਕੀਰਤਨ ਸ਼ੁਰੂ ਕਰ ਦਿੱਤਾ। गुरु नानक देव जी ਨੂੰ ਪਿੰਡ ਆਇਆ ਜਾਣ ਕੇ ਪਿੰਡ ਵਾਲਿਆਂ ਨੇ ਆਪਣੀ ਫਰਿਆਦ ਸੁਣਾਈ। ਮਹਾਰਾਜ ਸਾਨੂੰ ਇਸ ਫਕੀਰ ਕੋਲੋਂ ਬਚਾ ਲਓ, ਇਹ ਤਾਂ ਸਾਰੇ ਸ਼ਹਿਰ ਨੂੰ ਬਰਬਾਦ ਕਰ ਦੇਗਾ। ਗੁਰੂ ਜੀ ਨੇ ਆਪਣੀ ਮਿਹਰ ਭਰੀ ਨਜ਼ਰ ਉਸ ਗੁੰਬਦ ਤੇ ਪਾਈ ਜਿਹਦੇ ਹੇਠ ਫਕੀਰ ਹਮਜ਼ਾ ਗੌਸ ਚਿਲਿਆ ਕਰ ਰਿਹਾ ਸੀ। ਗੁਰੂ ਜੀ ਦੀ ਮਿਹਰ ਭਰੀ ਨਜ਼ਰ ਪੈਂਦਿਆਂ ਹੀ ਗੁੰਬਦ ਕੱਚੀ ਮਿੱਟੀ ਦੇ ਬਰਤਨ ਵਾਂਗ ਟੁੱਟ ਗਿਆ। ਚਿਲਿਆ ਟੁੱਟਿਆ ਤਾਂ ਫਕੀਰ ਗੁੱਸੇ ਨਾਲ ਕੰਬਣ ਲੱਗਾ ਅਤੇ ਬੌਖਲਾ ਕੇ ਬਾਹਰ ਆ ਗਿਆ। ਸਾਹਮਣੇ ਇੱਕ ਸ਼ਾਂਤ ਅਤੇ ਨੂਰਾਨੀ ਚਿਹਰਾ ਦੇਖ ਕੇ ਉਹ ਸਮੋਹਿਤ ਹੋ ਗਿਆ ਅਤੇ ਸ਼ਾਂਤ ਹੋ ਗਿਆ। ਗੁਰੂ ਮਹਾਰਾਜ ਨੇ ਫਕੀਰ ਹਮਜ਼ਾ ਗੌਸ ਨੂੰ ਸਮਝਾਇਆ ਕਿ ਫਕੀਰਾਂ ਦਾ ਕੰਮ ਕਿਸੇ ਨੂੰ ਬਰਬਾਦ ਕਰਨਾ ਨਹੀਂ, ਸਗੋਂ ਰਹਿਮ ਕਰਨਾ ਹੈ। ਸਾਰੀਆਂ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਪਿੰਡ ਵਿੱਚ ਭਲੇ ਅਤੇ ਸਮਝਦਾਰ ਲੋਕ ਵੀ ਤਾਂ ਹੋਣਗੇ। ਹਮਜ਼ਾ ਗੌਸ ਦੀ ਤਸੱਲੀ ਕਰਨ ਲਈ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਗਿਆਨ ਦੀ ਪਰਖ ਕਰਨ ਵਾਸਤੇ ਸ਼ਹਿਰ ਭੇਜ ਦਿੱਤਾ। ਉਹਨਾਂ ਨੇ ਮਰਦਾਨੇ ਨੂੰ 2 ਸਿੱਕੇ ਦੇ ਕੇ ਸੱਚ ਅਤੇ ਝੂਠ ਖਰੀਦਣ ਲਈ ਸਿਆਲਕੋਟ ਸ਼ਹਿਰ ਭੇਜਿਆ। ਲਾਲਾ ਜੀ, ਮੇਰੇ ਗੁਰੂ ਨੇ ਮੈਨੂੰ 2 ਸਿੱਕੇ ਦੇ ਕੇ ਸੱਚ ਤੇ ਝੂਠ ਖਰੀਦਣ ਲਈ ਭੇਜਿਆ ਹੈ, ਤੁਹਾਡੇ ਕੋਲ ਮਿਲੇਗਾ? ਓਏ, ਇਸ ਤਰ੍ਹਾਂ ਦਾ ਤਾਂ ਸੌਦਾ ਮੇਰੇ ਕੋਲ ਕੋਈ ਨਹੀਂ, ਤੇ ਰੱਬ ਹੀ ਜਾਣੇ ਬਈ। ਮੇਰੇ ਸੱਚੇ ਪਾਤਸ਼ਾਹ ਨੇ ਮੈਨੂੰ ਸੱਚ ਤੇ ਝੂਠ ਖਰੀਦਣ ਲਈ ਭੇਜਿਆ ਹੈ ਕੋਈ ਸੌਦਾ? ਓਏ, ਇਸ ਤਰ੍ਹਾਂ ਦਾ ਸੌਦਾ ਆਪਾਂ ਕਦੀ ਨਹੀਂ ਵੇਚਿਆ। ਸ਼ਹਿਰ ਦੇ ਬਾਹਰ ਦਰਖਤ ਦੇ ਥੱਲੇ ਫਕੀਰ ਹਮਜ਼ਾ ਗੌਸ ਅਤੇ ਸ਼ਹਿਰ ਵਾਸੀ ਮਰਦਾਨੇ ਜੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਸ਼ਹਿਰ ਵਿੱਚ ਮੁੱਲਾ ਖੱਤਰੀ ਆਪਣੀ ਦੁਕਾਨ ਤੇ ਬੈਠਾ ਰੱਬ ਨੂੰ ਯਾਦ ਕਰ ਰਿਹਾ ਸੀ। ਪੂਰੇ ਪਿੰਡ ਤੋਂ ਨਿਰਾਸ਼ ਹੋਣ ਦੇ ਬਾਅਦ ਮਰਦਾਨਾ ਜੀ ਮੁੱਲਾ ਖੱਤਰੀ ਦੀ ਦੁਕਾਨ ਤੇ ਪਹੁੰਚੇ। ਮੈਨੂੰ ਤਲਵੰਡੀ ਨਿਵਾਸੀ ਗੁਰੂ ਨਾਨਕ ਦੇਵ ਜੀ ਨੇ ਭੇਜਿਆ ਹੈ ਸੱਚ ਤੇ ਝੂਠ ਖਰੀਦਣ ਲਈ, ਇੱਥੇ ਹੈ? ਆਹੋ ਜੀ, ਮੇਰੇ ਕੋਲ ਹੈ। ਮੁੱਲਾ ਖੱਤਰੀ ਨੇ ਮਰਦਾਨਾ ਜੀ ਨੂੰ ਉਹਨਾਂ ਦਾ ਮੰਗਿਆ ਸੌਦਾ ਦੇ ਦਿੱਤਾ ਅਤੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਲਈ ਉਹਨਾਂ ਦੇ ਪਿੱਛੇ ਚੱਲ ਪਿਆ। ਮਰਦਾਨਾ ਜੀ ਨੇ ਗੁਰੂ ਜੀ ਨੂੰ ਮੁੱਲਾ ਖੱਤਰੀ ਦਾ ਲਿਖਿਆ ਹੋਇਆ ਜਵਾਬ ਪੜ੍ਹ ਕੇ ਸੁਣਾਇਆ। ਮਰਨਾ ਸੱਚ, ਜੀਣਾ ਝੂਠ। ਇਹ ਜਵਾਬ ਸੁਣ ਕੇ ਫਕੀਰ ਦੀਆਂ ਅੱਖਾਂ ਖੁੱਲ ਗਈਆਂ ਅਤੇ ਉਸਨੇ ਸ਼ਹਿਰ ਵਾਲਿਆਂ ਨੂੰ ਮਾਫ ਕਰ ਦਿੱਤਾ।
ਗੁਰੂ ਨਾਨਕ ਦੇਵ ਜੀ ਸ਼ਹਿਰ ਵਾਸੀਆਂ ਨੂੰ ਫਕੀਰ ਹਮਜ਼ਾ ਗੌਸ ਦੇ ਕਰੋਪ ਤੋਂ ਬਚਾ ਕੇ ਦੁਨੀਆ ਨੂੰ ਤਾਰਨ ਵਾਸਤੇ ਅੱਗੇ ਚੱਲ ਪਏ। ਮੁੱਲਾ ਖੱਤਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਤੇ ਉਹਨਾਂ ਦੀ ਬਾਣੀ ਸੁਣ ਕੇ ਇੰਨਾ ਪ੍ਰਭਾਵਿਤ ਹੋਇਆ ਕਿ ਆਪਣੀ ਘਰ ਗ੍ਰਸਤੀ ਛੱਡ ਕੇ ਗੁਰੂ ਜੀ ਦੇ ਨਾਲ ਹੀ ਚੱਲ ਪਿਆ। ਮੁੱਲਾ ਖੱਤਰੀ 6 ਸਾਲ ਤੱਕ ਗੁਰੂ ਜੀ ਨਾਲ ਰਹਿੰਦਿਆਂ ਲੋਕ ਭਲਾਈ ਵਿੱਚ ਲੱਗਾ ਰਿਹਾ ਅਤੇ ਆਪਣੀ ਘਰ ਗ੍ਰਸਤੀ ਨੂੰ ਭੁੱਲ ਬੈਠਾ। ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਨੂੰ ਆਇਆ ਇੱਕ ਸਿਆਲਕੋਟ ਵਾਸੀ ਮੁੱਲਾ ਖੱਤਰੀ ਨੂੰ ਉਸ ਦੀ ਪਤਨੀ ਦੀ ਚਿੱਠੀ ਦਿੰਦਾ ਹੈ। ਘਰੋਂ ਆਈ ਇੱਕ ਚਿੱਠੀ ਤਿਆਗੇ ਹੋਏ ਸਾਰੇ ਰਿਸ਼ਤਿਆਂ ਦਾ ਮੋਹ ਵੀ ਨਾਲ ਲੈ ਆਈ। ਮੁੱਲਾ ਖੱਤਰੀ ਨੇ ਘਰ ਜਾਣ ਦਾ ਇਰਾਦਾ ਬਣਾ ਲਿਆ ਤੇ ਇਜਾਜ਼ਤ ਲੈਣ ਗੁਰੂ ਜੀ ਕੋਲ ਪਹੁੰਚ ਗਿਆ। ਮਹਾਰਾਜ ਜੀ, ਮੈਨੂੰ ਘਰੋਂ ਚਿੱਠੀ ਆਈ ਹੈ, ਮੇਰੀ ਬੱਚੀ ਬਿਮਾਰ ਹੈ, ਤੁਹਾਡੀ ਇਜਾਜ਼ਤ ਹੋਵੇ ਤੇ ਮੈਂ ਘਰ ਹੋਵਾਂ। ਗੁਰੂ ਜੀ ਨੇ ਮੁੱਲਾ ਖੱਤਰੀ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ। ਮੁੱਲਾ ਖੱਤਰੀ ਦੇ ਮਨ ਦੀ ਗੱਲ ਜਾਣ ਕੇ ਗੁਰੂ ਜੀ ਨੇ ਉਹਨੂੰ ਕੁਟੀਆ ਦੇ ਬਾਹਰ ਪਈਆਂ ਟੁੱਟੇ ਹੋਏ ਕੜੇ ਦੀਆਂ ਠੀਕਰੀਆਂ ਇੱਕ ਕੱਪੜੇ ਵਿੱਚ ਲਪੇਟ ਕੇ ਆਪਣੇ ਘਰ ਲੈ ਜਾਣ ਨੂੰ ਕਿਹਾ। ਨਾਲ ਹੀ ਤਾਕੀਦ ਕੀਤੀ ਕਿ ਇਹ ਗਠਰੀ ਉਹ ਘਰ ਜਾ ਕੇ ਹੀ ਖੋਲੇ। ਮੁੱਲਾ ਖੱਤਰੀ 6 ਸਾਲ ਗੁਰੂ ਜੀ ਨਾਲ ਗੁਜ਼ਾਰ ਕੇ ਆਪਣੇ ਘਰ ਪਹੁੰਚਿਆ। ਮੁੱਲਾ ਖੱਤਰੀ ਤਾਂ ਜਾਣਦਾ ਸੀ ਕਿ ਇਸ ਗਠਰੀ ਵਿੱਚ ਮਿੱਟੀ ਦੀਆਂ ਠੀਕਰੀਆਂ ਹਨ, ਪਰ ਉਸ ਨੂੰ ਗੁਰੂ ਤੇ ਪੂਰਾ ਵਿਸ਼ਵਾਸ ਸੀ। ਇਸ ਕਰਕੇ ਗਠੜੀ ਉਸਨੇ ਖੋਲ ਹੀ ਲਈ। ਉਹਦੇ ਵਿੱਚ ਠੀਕਰੀਆਂ ਦੀ ਥਾਂ ਸੋਨੇ ਦੀਆਂ ਮੋਹਰਾਂ ਦੇਖ ਕੇ ਇੱਕ ਕੜੀ ਵਾਸਤੇ ਤਾਂ ਉਸ ਦੀ ਪਤਨੀ ਦਾ ਸਾਹ ਹੀ ਥੰਮ ਗਿਆ। ਮੁੱਲਾ ਖੱਤਰੀ ਘਰ ਆ ਕੇ ਮੁੜ ਤੋਂ ਸੰਸਾਰਕ ਮੋਹ ਮਾਇਆ ਵਿੱਚ ਪੈ ਗਿਆ ਅਤੇ ਗੁਰੂ ਜੀ ਤੇ ਸਤ ਸੰਗਤ ਨੂੰ ਭੁੱਲ ਗਿਆ। 2 ਸਾਲ ਬਾਅਦ ਗੁਰੂ ਜੀ ਮਰਦਾਨੇ ਨਾਲ ਆਪਣੀ ਯਾਤਰਾ ਤੋਂ ਵਾਪਸ ਜਾਂਦੇ ਹੋਏ ਸਿਆਲਕੋਟ ਦੇ ਬਾਹਰ ਉਸੇ ਪੇੜ ਦੇ ਥੱਲੇ ਆ ਕੇ ਸਤਸੰਗ ਕਰਨ ਲੱਗੇ। ਪਰ ਮੁੱਲਾ ਖੱਤਰੀ ਤਾਂ ਸਤਸੰਗ ਭੁੱਲ ਹੀ ਚੁੱਕਾ ਸੀ, ਲਿਹਾਜ਼ਾ ਉਹ ਸਤਸੰਗ ਵਿੱਚ ਨਹੀਂ ਆਇਆ। ਭਾਵੇਂ ਮੁੱਲਾ ਖੱਤਰੀ ਗੁਰੂ ਜੀ ਦੇ ਨਾਲ ਬਿਤਾਏ 6 ਸਾਲ ਭੁੱਲ ਚੁੱਕਾ ਸੀ, ਪਰ ਗੁਰੂ ਜੀ ਉਸ ਨੂੰ ਨਹੀਂ ਭੁੱਲੇ ਸਨ। ਭੁੱਲਾਂ ਬਖਸ਼ਣ ਵਾਲੇ ਤੇ ਸਭ ਵਿਦ ਜਾਣਨ ਵਾਲੇ ਗੁਰੂ ਜੀ ਜਾਣਦੇ ਸਨ ਕਿ ਸਤਸੰਗ ਹੀ ਮੁੱਲਾ ਖੱਤਰੀ ਨੂੰ ਜੂਨੀਆਂ ਦੇ ਚੱਕਰਾਂ ਤੋਂ ਮੁਕਤ ਕਰਾ ਸਕਦਾ ਹੈ। ਉਹਨੂੰ ਇਸ ਗੱਲ ਦਾ ਧਿਆਨ ਕਰਾਉਣ ਲਈ ਗੁਰੂ ਜੀ ਮਰਦਾਨਾ ਨੂੰ ਲੈ ਕੇ ਆਪ ਉਹਦੇ ਘਰ ਪਹੁੰਚੇ। ਬਾਹਰੋਂ ਮਰਦਾਨੇ ਨੇ ਪੁਕਾਰਿਆ, ਮੁੱਲਾ ਖੱਤਰੀ, ਮੁੱਲਾ ਖੱਤਰੀ। ਬਾਹਰ ਮਰਦਾਨਾ ਜੀ ਮੁਝੇ ਬੁਲਾ ਰਹੇ हैं। ਮੈਂ ਤੁਹਾਨੂੰ ਹੁਣ ਨਹੀਂ ਜਾਣ ਦੇਣਾ। ਤੁਸੀਂ ਪਹਿਲਾਂ ਵੀ ਗੁਰੂ ਜੀ ਦੇ ਦਰਸ਼ਨਾਂ ਨੂੰ ਗਏ ਸੀ, 6 ਸਾਲ ਬਾਅਦ ਮੁੜੇ ਸੀ। ਮੈਂ ਹੁਣ ਦੁਬਾਰਾ ਨਹੀਂ ਜਾਣ ਦਿਆਂਗੀ। लेकिन बाहर मर्दाना जी मुझे बुला रहे हैं। ਤੁਹਾਨੂੰ ਆਪਣੇ ਬੱਚੇ ਦੀ ਸੌ, ਜੇ ਤੁਸੀਂ ਘਰੋਂ ਬਾਹਰ ਪੈਰ ਰੱਖਿਆ, ਤੁਸੀਂ ਅੰਦਰ ਜਾ ਕੇ ਪਾਥੀਆਂ ਵਾਲੀ ਕੋਠੜੀ ਵਿੱਚ ਲੁਕ ਜਾਓ ਤੇ ਮੈਂ ਕਹਿ ਦਿਆਂਗੀ ਕਿ ਉਹ ਘਰ ਨਹੀਂ ਹਨ। ਮੁੱਲਾ ਖੱਤਰੀ, ਮੁੱਲਾ ਖੱਤਰੀ। ਮਹਾਰਾਜ, ਮੁੱਲਾ ਜੀ ਤਾਂ ਘਰ ਨਹੀਂ ਹਨ। ਇਹੋ ਗੱਲ ਮੁੜ ਤੋਂ ਗੁਰੂ ਜੀ ਦੇ ਮੂੰਹੋਂ ਸੁਣ ਕੇ ਵੀ ਉਹਨੇ ਆਪਣਾ ਉਹੀ ਜਵਾਬ ਦੁਹਰਾ ਦਿੱਤਾ। ਮੁੱਲਾ ਜੀ ਨਹੀਂ ਹਨ। ਫੇਰ ਕੀ ਸੀ, ਉਸੇ ਘੜੀ ਮੁੱਲਾ ਖੱਤਰੀ ਨੂੰ ਸੱਪ
ਨੇ ਦੱਸ ਲਿਆ ਅਤੇ ਸੱਚਮੁੱਚ ਹੀ ਉਹ ਨਹੀਂ ਰਿਹਾ। ਨਾਲ ਕਿਰਾੜਾ ਦੋਸਤੀ ਕੂੜੇ ਕੂੜੀ ਪਾਏ, ਮਰਨ ਨ ਜਾਪੈ ਮੂਲਿਆ ਆਵੇ ਕਿੱਥੇ ਥਾਏ। मैं क्या बाहर आ जाओ, वो चले गए ने। की होया, अंदर ही सो गए हो? ओहो, तुसी बोलदे क्यों नहीं? की होया तुहानू? हाँ? हाय रब्बा, मेरे मुंह किस कड़ी मुल्ला जी नहीं है निकलिया सी। हाय रब्बा, मैनू मेरे झूठ दी इन्नी बड़ी सजा ना दियो। कोई है, मेरी मदद करो, इन्होंने गुरु जी दे कोल ले चलो, मैनू माफी मंगनी है। गुरु जी, मेरी तुहाडे तो बिनती है, मैनू माफ कर दियो, मुल्ला जी दी जान बख्श दियो। मैं तो अकल दी अन्नी सी अते मुल्ला जी नू भी मैं ही मजबूर कीता सी। मैनू माफ कर दियो, मैनू माफ कर दियो, मैनू माफ कर दियो। ਮੁੱਲਾ ਜੀ ਦੀ ਘਰਵਾਲੀ ਦੀ ਬੇਨਤੀ ਸੁਣ ਕੇ ਅਤੇ ਮੁੱਲਾ ਦੀ ਸਾਹਮਣੇ ਪਈ ਦੇਹ ਨੂੰ ਦੇਖ ਕੇ ਗੁਰੂ ਜੀ ਨੇ ਮੁੱਲਾ ਦੀ ਘਰਵਾਲੀ ਨੂੰ ਅਕਾਲ ਪੁਰਖ ਦਾ ਬਾਣਾ ਮੰਨਣ ਦੀ ਸਮਝ ਬਖਸ਼ਦਿਆਂ ਹੋਇਆਂ ਵਚਨ ਕੀਤੇ ਕਿ ਉਹ ਆਪਣੇ 10ਵੇਂ ਜਾਮੇ ਵਿੱਚ ਮੁੱਲਾ ਖੱਤਰੀ ਦਾ ਉद्धार ਕਰਨਗੇ ਅਤੇ ਉਸ ਨੂੰ ਜੀਵਨ ਮਰਨ ਦੇ ਚੱਕਰਾਂ ਤੋਂ ਮੁਕਤ ਕਰ ਦੇਣਗੇ। सन 1706 10वें पातशाह श्री गुरु गोबिंद सिंह जी का समा। एक दिन नांदेड़ दे नाल लगदे जंगल विच अपनियां फौजां नाल शिकार खेडण लई पहुंचे। उन्हां नाल उस वक्त बहादुर शाह जफर भी सी। गुरु जी ने अचानक अपने घोड़े का रुख एक खरगोश वाल कर दिता। निशाना साध के गुरु जी ने जिस खरगोश का शिकार किया वो होर कोई नहीं बल्कि 200 साल तो वख-वख जूनियां भुगत रहा मुल्ला खत्री सी। 200 साल बाद गुरु नानक देव जी दे दिते वचनां नूं अपने 10वें जामे विच गुरु गोबिंद सिंह जी ने अंजाम दे के मुल्ला नूं जीवन मरण दे चक्रां तो मुक्त कर दिता। उस पावन धरती नूं अज असीं सब गुरुद्वारा शिकार घाट के रूप विच वेखते हां। गुरु जी के बेअंत कौतकां दा सिलसिला इत्थे ही पूरा नहीं हुंदा। आओ हुण तुहानूं लै चलदे हां नंदेड़ साहब दी पावन धरती ते जिथे गुरु जी ने बेअंत कौतक कीते। गुरु जी ने बहादुर शाह जफर वल्लों युद्ध विच कीती हुई मदद दे सत्कार वजों भेंट कीता होया हीरा कोल ही बहंदी गोदावरी नदी विच तुच्छ पत्थर जान के सुट दिता। बहादुर शाह हैरान होया ये सोच के कि शायद गुरु जी नूं हीरे दी कदर ही नहीं। गुरु जी ने उसकी परेशानी जान के उसनूं गोदावरी नदी विच वेखण नूं कहा। उस नदी विच सारे पत्थर बहादुर शाह दे दिते हुए हीरे तो उच्चे
ਅਤੇ ਵਧੀਕੀ ਕੀਮਤ ਦੇ ਹੀਰੇ ਬਣ ਗਏ ਸਨ। ਇਸੇ ਸਥਾਨ ਤੇ ਜਿੱਥੇ ਬਹਾਦਰ ਸ਼ਾਹ ਦਾ ਹੰਕਾਰ ਟੁੱਟਿਆ, ਅੱਜ ਗੁਰਦੁਆਰਾ ਹੀਰਾ ਕਾਟ ਸਾਹਿਬ ਸੁਸ਼ੋਭਤ ਹੈ। ਇਹ ਹੈ ਗੁਰਦੁਆਰਾ ਮਾਲ ਟੇਕਰੀ ਸਾਹਿਬ। ਗੁਰੂ ਸਾਹਿਬ ਨੇ ਇਸੇ ਸਥਾਨ ਤੋਂ ਦੱਬਿਆ ਹੋਇਆ ਗੁਪਤ ਧਨ ਕਢਵਾ ਕੇ ਆਪਣੀਆਂ ਅਤੇ ਬਹਾਦਰ ਸ਼ਾਹ ਜ਼ਫਰ ਦੀਆਂ ਫੌਜਾਂ ਵਿੱਚ ਗੁਰਦੁਆਰਾ ਸੰਗਤ ਸਾਹਿਬ ਵਿਖੇ ਢਾਲਾਂ ਭਰ ਕੇ ਤਨਖਾਹਾਂ ਦੇ ਰੂਪ ਵਿੱਚ ਵੰਡਿਆ। ਆਪ ਜੀ ਨੇ ਨੰਦੇੜ ਸਾਹਿਬ ਵਿਖੇ ਮਾਧੋਦਾਸ ਵੈਰਾਗੀ ਸਾਧੂ, ਜਿਸ ਨੂੰ ਆਪਣੀਆਂ ਰਿੱਧੀਆਂ ਸਿੱਧੀਆਂ ਤੇ ਬਹੁਤ ਮਾਣ ਸੀ, ਉਸ ਦਾ ਹੰਕਾਰ ਤੋੜ ਕੇ ਉਸ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਅਤੇ ਮਿੱਥੇ ਉਦੇਸ਼ਾਂ ਦੀ ਪੂਰਤੀ ਲਈ ਪੰਜਾਬ ਵੱਲ ਤੋਰਿਆ। एक ओंकार श्री वाहिगुरु जी की फतेह। श्री भगवती सहाय वार श्री भगवती जी की पाशी इसमें प्रथम भगवती समकै गुरु नानक लई ध्याए, फिर अंगद गुर ते अमरदास रामदास से होई सहाय। अर्जन हरगोबिंद सिमरो श्री हर आए, श्री हरकृष्ण नी ध्याईऐ, जिन डिठै सब दुख जाए, तेग बहादुर सिमरिऐ। कर नौ निध आवे धारे, सब खाई हुई सहाय। दसवें पातशाह साहिब श्री गुरु गोबिंद सिंह महाराज, सब खाई हुई सहाय। दसों पातशाही आत्म जो स्वरूप श्री गुरु ग्रंथ साहिब दे पाठ दर्शन दीदार दा ध्यान रखे। खालसा जी साहिब बोलो जी वाहिगुरू। पंजा प्यारियां चौं साहिबजादियां 40 मुक्तियां, हठियां जपियां तपियां, जिन्हां ने नाम जपिया वंड के छकिया, देख चलाई तेग वाही, देख के अंडठ कीता। बिना प्यारियां सुचियारियां दी कमाई दा ध्यान रखे। खालसा जी साहिब बोलो जी वाहिगुरू। जिन्हां ਸਿੰਘਾਂ ਸਿੰਘਣੀਆਂ ने धर्म हिस्से दिते, बन बन कुटवाए, खोपरियां लोहाइयां चरखियां चढ़ियारियां नाल चराए गए। गुरुद्वारे सेवा लई कुर्बानियां कीतियां, धर्म नहीं हारिया, सिੱਖੀ सदकीसा सुआसा संग निभाया। जिन्हां समूह ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਰੱਖੇ। ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦਾਨ ਦਾ ਧਿਆਨ ਰੱਖੇ। ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। प्रथमे सर्वत खालसे जी की अरदास है जी। समूह खालसा जी को वाहिगुरु 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 नाम चितावे। चितावन का सदका सब सुख होवे। जहाँ जहाँ खालसा जी साहिब, तहाँ तहाँ रचिया रियाए। देग तेग फतेह ब्रत की पैर पंखी जी श्री साहिब जी सहाय। खालसा जी के बोल वाले बोलो जी वाहिगुरू। सिखां नूं सिੱਖੀ दान, केस दान, रहत दान, विवेक दान, विसाहु दान, भरोसा दान, दाना सिर दान, नाम दान, श्री अमृतसर साहिब जी के दर्शन इशनान। चौंकियां झंडे बुंगे जुगो जुग अटल, धर्म का जयकार। खालसा जी साहिब बोलो जी वाहिगुरू। गुरसिखां दा मन नीवां, मत उच्ची मत पादे राखिया वाहिगुरू। हे अकाल पुरख अपने पहुँच दे सदा सहाई दातार जीओ। श्री ननकाना साहिब ते गुरुद्वारियां गुरधामां दे जिन्हां तों पंथ नूं विछोड़िया गया है, खुले दर्शन दीदारे। सेवा संभालता दान खालसा जी नूं बख्शो। निमाणियां दे माणनियो कहंदे हो, निआसों निआसे सच्ची बता। श्री गुरु ग्रंथ साहिब जी महाराज
ਆਪ ਜੀ ਦੇ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਹੈ ਮਹਾਰਾਜ ਜੀ। ਸੇ ਗੁਰਮੁਖ ਪਿਆਰੇ ਮਿਲੋ ਤਿਨਾ ਮਿਲਿਆ ਤੇਰਾ ਨਾਮ ਕੀਤਾ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬਤ ਕਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ